श्री नानक पद पंकज बंदन पद पंकज बंदना सिमरो अंगद दुख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ समत प्रकाशक श्री हर राय नमो कर जोरी नमो कर जोरी गुरु हर कृष्ण बनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकारा सतगुरु ते प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए कबित रीत तन संत की अतीत बैठो आने एक नगर बहर बार आसन दंड साय के जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरियां पर है सत्कार जो सत्संगी जनों तो में हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुरां जी की कृपा के सदका इस सुभाग समा प्राप्त होया कि रोजाना असीं जिथे सतगुरां जी की अमृतमय बाणी का रस भिन्ना कीर्तन श्रवण करते हैं उस दे नाल ही नाल गुर इतिहास के नाल भी साझा पाते हैं। चल रही लड़ीयार कथा के तहत असी पिछले दीवाना दे विच धन गुरु नानक साहिब जी महाराज जी के जीवन के बाबत श्री गुरु नानक प्रकाश के पूर्वरात अध्याय 16वें का प्रसंग श्रवण कर रहे सन जिस दे विच इथों तक की विचार श्रवण कर चुके हाँ कि जिमें ही धन गुरु नानक साहिब जी महाराज बेबे नानकी जी नूं उन्हां दे सोहरे परिवार सोहरे पिंड सुल्तानपुर की धरती तो तलवंडी विखे लैके आउंदे ने कुछ समा बतीत होने तो बाद कुछ दिन बीत जाने तो बाद जयराम जी उस तलवंडी नगर विच पहुंचदे ने जिथे जयराम जी की राय गुलाब जी के नाल मुलाकात होंदी है। उत्थे ही आपस दे विच विचार चर्चा भी होंदियां ने धन गुरु नानक साहिब जी महाराज जी दीयां वडियाइयां भी करते हैं ते जयराम जी बेबे नानकी जी नूं वापस तलवंडी तो सुल्तानपुर की धरती लैके जाते हैं ते रास्ते दे विच भी आपस दे विच धन गुरु नानक साहिब जी महाराज जी की सिफत सलाह ਅਤੇ ਉਹਨਾਂ ਦੀ ਉਸਤਤ ਦੇ ਗੀਤ ਹੀ ਗਾਉਂਦੇ ਜਾਂਦੇ ਤੇ ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋਣ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੱਥੇ ਸ਼ਾਂਤ ਸੁਭਾਅ ਦੇ ਨਾਲ ਆਪਣਾ ਜੀਵਨ ਨਿਰਵਾਹ ਕਰਦੇ ਨੇ ਤਾਂ ਕਵੀ ਜੀ ਨੇ ਉਹ ਇੱਕ ਕਲਮ ਦੇ ਨਾਲ
ਘਟਨਾ ਦਾ ਜ਼ਿਕਰ ਕੀਤਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸੇ ਤਰ੍ਹਾਂ ਸਹਿਜ ਸੁਭਾਏ ਵਿਚਰਦੇ ਨੇ ਤੇ ਇਸੇ ਤਰ੍ਹਾਂ ਇੱਕ ਤਲਵੰਡੀ ਨਗਰ ਦੇ ਵਿੱਚ ਤਲਵੰਡੀ ਕੋਲ ਇੱਕ ਸਾਧੂ ਆਇਆ ਹੈ। ਇੱਥੋਂ ਤੱਕ ਵਿਚਾਰ ਅਸੀਂ ਪਿਛਲੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅੱਜ ਦੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੇ ਹੋਏ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਕਬਿਤ ਰੀਤ ਤਨ ਸੰਤ ਕੀ ਅਤੀਤ ਬੈਠੋ ਆਣ ਇੱਕ ਨਗਰ ਬਹਿਰ ਬਾਰੇ ਆਸਨ ਡਸਾਏ ਕੇ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਇੱਕ ਦਿਨ ਤਲਵੰਡੀ ਵੱਲ ਇੱਕ ਸਾਧ ਚੱਲ ਕੇ ਆਇਆ ਹੈ ਨਾ, ਉਹਨੇ ਸਰੀਰ ਦੇ ਉੱਤੇ ਸੰਤ ਦਾ ਰੂਪ ਬਣਾਇਆ ਹੋਇਆ ਹੈ। ਸਾਧੂਆਂ ਸੰਤਾਂ ਵਾਲਾ ਜਿਹੜਾ ਲਿਬਾਸ ਉਹਨੇ ਆਪਣੇ ਤਨ ਦੇ ਉੱਤੇ ਪਹਿਨਿਆ ਹੋਇਆ ਹੈ। ਤੇ ਇਸੇ ਤਰ੍ਹਾਂ ਕਹਿੰਦੇ ਉਸ ਸੰਤ ਨੇ ਨਗਰ ਦੇ ਬਾਹਰ ਇੱਕ ਆਸਨ ਵਿਛਾ ਕੇ ਉਸ ਆਸਨ ਦੇ ਉੱਤੇ ਟਿਕਾਣਾ ਕੀਤਾ ਹੈ। ਤਾਹੀ ਸਮੇਂ ਸਹਿਜ ਸੁਭਾਏ ਗਏ ਨਾਨਕ ਜੀ ਵੈਸੇ ਕਰ ਧਾਰ ਤਾਂ ਸੁਣਾਏ ਕੇ। ਕਹਿੰਦੇ ਉਸੇ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਹਿਜ ਸੁਭਾਏ ਉਸ ਅਸਥਾਨ ਵੱਲ ਪਹੁੰਚਦੇ ਨੇ ਜਿੱਥੇ ਉਸ ਸਾਧੂ ਨੇ ਆਪਣਾ ਟਿਕਾਣਾ ਕੀਤਾ ਤੇ ਉਸ ਅਸਥਾਨ ਦੇ ਉੱਤੇ ਪਹੁੰਚ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਸਾਧੂ ਨੂੰ ਕਰਤਾਰ ਆ ਕੇ ਬੁਲਾ ਕੇ ਤੇ ਫਿਰ ਉਸ ਅਸਥਾਨ ਦੇ ਉੱਤੇ ਵਿਰਾਜਮਾਨ ਹੁੰਦੇ ਹਨ। ਕੰਚਨ ਕੀ ਮੁੰਦਰ ਕਾ ਸੁਹਾਏ ਸ਼ਦਰ ਅੰਗੁਰੀ ਮੈਂ ਲੋਟਾ ਹੱਥ ਲਿਏ ਉਪਕਾਰੀ ਜੇ ਸੁਭਾਏ ਕੇ। ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਉਂਗਲੀ ਦੇ ਵਿੱਚ, ਆਪਣੇ ਹੱਥ ਦੀ ਉਂਗਲੀ ਦੇ ਵਿੱਚ ਇੱਕ ਸੋਨੇ ਦੀ ਛਾਪ ਪਾਈ ਹੋਈ ਹੈ। ਕੰਚਨ ਦਾ ਭਾਵ ਹੁੰਦਾ ਸੋਨਾ। ਕੰਚਨ ਕੀ ਮੁੰਦਰ ਕਾ ਭਾਵ ਸੋਨੇ ਦੀ ਮੁੰਦਰੀ ਕਹਿੰਦੇ ਆਪਣੇ ਹੱਥ ਦੀ ਛੋਟੀ ਉਂਗਲੀ ਦੇ ਵਿੱਚ ਪਾਈ ਹੋਈ ਸੀ ਤੇ ਇੱਕ ਹੱਥ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਲੋਟਾ ਫੜਿਆ ਹੋਇਆ ਸੀ। ਬੁਝਤ ਅਤੀਤ ਕੋਣ ਨਾਮ ਤੋਂ ਬਰਨ ਰੀਤ ਕੋਹ ਪ੍ਰਤੀਤ ਨਿਜ ਚੀਤ ਕੀ ਜਨਾਇਕੈ। ਤੇ ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵੇਖ ਕੇ ਉਹ ਸਾਧੂ ਪੁੱਛਣ ਲੱਗਾ ਵੀ ਬੱਚਾ ਤੁਹਾਡਾ ਨਾਂ ਕੀ ਹੈ, ਇਹ ਤੁਹਾਡਾ ਕੀ ਨਾਮ ਹੈ, ਕਿਹੜਾ ਵਰਨ ਹੈ, ਕਿਹੜੀ ਜਾਤ ਹੈ, ਕਿਹੜੀ ਰੀਤ ਹੈ, ਤੇ ਆਪਣੇ ਚਿੱਤ ਦੀ ਪ੍ਰਤੀਤ ਨੂੰ ਸਮਝਾ ਕੇ ਦੱਸੋ। ਨਾਨਕ ਹੈ ਨਾਮ ਨਿਰੰਕਾਰੀ ਤਨ ਵੇਖ ਜਾਣ ਖੱਤਰੀ ਕੀ ਜਾਤ ਗੋਤ ਬੇਦੀ ਮਮ ਜਾਣੀਏ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਸਾਧੂ ਦੇ ਵੱਲੋਂ ਕੀਤੇ ਹੋਏ ਪ੍ਰਸ਼ਨ ਦਾ ਜਵਾਬ ਦਿੰਦੇ ਨੇ ਤੇ ਆਖਦੇ ਨੇ ਕਿ ਮੇਰਾ ਨਾਮ ਨਾਨਕ ਰੱਖਿਆ ਹੋਇਆ ਹੈ, ਮੇਰਾ ਨਾਮ ਨਾਨਕ ਹੈ। ਤੇ ਫਿਰ ਆਖਦੇ ਨੇ ਨਾਨਕ ਹੈ ਨਾਮ ਨਿਰੰਕਾਰੀ ਤਨ ਵੇਖ ਜਾਣ। ਤੇ ਕਹਿੰਦੇ ਨਿਰੰਕਾਰੀ ਮੇਰੇ ਸਰੀਰ ਦਾ ਵੇਸ ਜਾਣੋ। ਜਿਵੇਂ ਤੁਸੀਂ ਆਪਣੇ ਤਨ ਦੇ ਉੱਤੇ, ਆਪਣੇ ਸਰੀਰ ਦੇ ਉੱਤੇ ਸੰਤਾਂ ਵਾਲਾ ਵੇਸ ਧਾਰਨ ਕੀਤਾ ਹੈ, ਸੰਤਾਂ ਵਾਲਾ ਪਹਿਰਾਵਾ ਧਾਰਨ ਕੀਤਾ ਹੈ, ਇਸੇ ਤਰ੍ਹਾਂ ਕਹਿੰਦੇ ਇਹ ਜਾਣੋ ਵੀ ਮੈਂ ਆਪਣੇ ਤਨ ਦੇ ਉੱਤੇ ਨਿਰੰਕਾਰ ਦਾ ਜਿਹੜਾ ਰੂਪ ਹੈ, ਨਿਰੰਕਾਰ ਦਾ ਵੇਸ ਹੈ, ਨਿਰੰਕਾਰ ਰੂਪੀ ਵਸਤਰ ਨੇ ਉਹ ਧਾਰਨ ਕੀਤੇ ਹੋਏ ਨੇ। ਤੇ ਨਾਲ ਹੀ ਆਖਦੇ ਨੇ ਖੱਤਰੀ ਕੀ ਜਾਤ ਗੋਤ ਬੇਦੀ ਮਮ ਜਾਣੀ। ਖੱਤਰੀ ਦੀ ਰੀਤ ਭਾਵ ਖੱਤਰੀਆਂ ਦੀ ਜਾਤ ਦੇ ਵਿੱਚ ਅਸੀਂ ਰਹਿਣ ਵਾਲੇ ਹਾਂ ਤੇ ਉਸ ਖੱਤਰੀ ਜਾਤ ਦੇ ਵਿੱਚ ਇੱਕ ਬੇਦੀ ਗੋਤ ਹੈ। ਕਹੈ ਸੰਤ ਵਾਕ ਤੁਮ ਆਪ ਨਿਰੰਕਾਰੀ ਭਏ ਉਤਰ ਬਤਾਏ ਹਮ ਕੌਣ ਤੇ ਪ੍ਰਮਾਨੀਏ। ਤੇ ਫਿਰ ਇਹ ਸਾਰਾ ਕੁਝ ਸੁਣ ਕੇ ਹੁਣ ਉਸ ਸਾਧੂ ਸੰਤ ਨੇ ਦੁਆਰਾ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸਵਾਲ ਕੀਤਾ ਹੈ ਤੇ ਆਖਦੇ ਨੇ ਕਹਿੰਦੇ ਤੁਸੀਂ ਆਪਣੇ ਆਪ ਹੀ ਨਿਰੰਕਾਰੀ ਕਿਵੇਂ ਬਣ ਗਏ ਹੋ? ਤੁਸੀਂ ਆਪਣੇ ਆਪ ਹੀ ਆਖ ਦਿੱਤਾ ਵੀ ਅਸੀਂ ਨਿਰੰਕਾਰੀ ਵੇਸ ਧਾਰਨ ਕੀਤਾ, ਇਹ ਕਿਵੇਂ ਹੋ ਸਕਦਾ ਹੈ? ਕਹਿੰਦੇ ਪਰ ਅਸੀਂ ਕਿਵੇਂ ਪ੍ਰਮਾਣ ਕਰੀਏ, ਕਿਵੇਂ ਵਿਸ਼ਵਾਸ ਕਰੀਏ ਕਿ ਤੁਹਾਡੇ ਪਾਸ ਇਹ ਕੀ ਸਬੂਤ ਹੈ? ਸਾਡੇ ਇਸ ਗੱਲ ਦਾ ਤੁਸੀਂ ਉੱਤਰ ਦੇਣਾ ਕਰੋ। ਰੱਬ ਰੂਪ ਸੰਤ ਰੂਪ ਮਤੋ ਹੈ ਅਨੂਪ ਸ਼ੁਭ ਭਏ ਨਿਰੰਕਾਰ ਹੂੰ ਕੇ ਭੇਦ ਨਾ ਪਛਾਣੀਏ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਕਹਿੰਦੇ ਆਪ ਤਾਂ ਸੰਤ ਰੂਪ ਹੋ, ਤੁਸੀਂ ਤਾਂ ਸੰਤਾਂ ਵਾਲੀ ਮੱਤ ਧਾਰਨ ਕੀਤੀ ਹੋਈ ਹੈ, ਅਨੂਪ ਸ਼ੁਭ ਬਣੇ ਹੋ, ਤੁਸੀਂ ਬਹੁਤ ਸੁੰਦਰ ਲਿਬਾਸ ਵੀ ਪਹਿਨਿਆ ਹੋਇਆ ਹੈ,
पर कहते तुसी निरंकार दे भेद नूं पहचानते नहीं हो। ऐसे कह बाकलीनी करते उतार छाप लोटे के समेत ताहे दीन सुख दानीए। ते इन्ने जिहड़ी विचार चर्चा हुई ते इन्ने नूं धन गुरु नानक साहिब जी महाराज जी ने अपने हाथ दे विचों ਉਹ ਮੁੰਦਰੀ ਉਤਾਰੀ ਤੇ ਜਿਹੜਾ ਹੱਥ ਦੇ ਵਿੱਚ ਲੋਟਾ ਫੜਿਆ ਹੋਇਆ ਸੀ, ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੋਨੇ ਦੀ ਮੁੰਦਰੀ ਅਤੇ ਇੱਕ ਲੋਟਾ ਜਿਹੜਾ ਹੱਥ ਦੇ ਵਿੱਚ ਫੜਿਆ ਸੀ, ਇਹ ਦੋਨੋਂ ਵਸਤੂਆਂ ਉਸ ਸਾਧੂ ਦੇ ਅੱਗੇ ਭੇਟ ਕੀਤੀਆਂ ਨੇ। ਕਹੇ ਪੁਨ ਸੰਤ ਹਮੇ ਪਹੁੰਚੀ ਸੋ ਲੈ ਅਬ ਨਹੀਂ ਮੋਹਿ ਕਾਮ ਨਿਜ ਧਾਮ ਲੈ ਸਿਧਾਈਏ। ਤੇ ਉਸ ਸਾਧੂ ਨੇ ਕਿਹਾ, जो धन गुरु नानक साहब जी महाराज जी ने भेटा अर्पण की है ना, तो साधु ने ये सारा कुछ देख के धन गुरु नानक साहब जी महाराज जी को आख्या ते कहते सानू ये मुंदरी अते लोटा मिल गया है, हुण तुसीं ये वापस लै लो। कई बारी असीं सह सुभाए अपने जीवन दे विच विचरदियां भी ये गल्लां एक दूजे दे नाल, अपने सज्जनां मित्रां दे नाल, घर दे विच भैण भरावां दे नाल, रिश्तेदारां दे नाल आम तौर ते उत्ते किसी चीज़ की प्राप्ति दे लई आख दिंदे भी भाई जिहड़ी तेरी कोल चीज़ है ना, ये मैनूं बहुत चंगी लगदी है ते मैनूं ये चीज़ दे दे। अगला जदों बिना किसी रोक टाक तो, बिना किसी झिझक तो वो चीज़ साडे सामने रख दवे तां असीं फिर ये शब्द वरत दिंदे भी भाई तूं दे दित्ती ते असीं लै लई। इस दे विच भाव उहदी भावना हुंदी भी मेरे अंदर किसी भी तरह का फर्क नहीं। तो इसे तरह हुण धन गुरु नानक साहिब जी महाराज जी ने जिहड़ी भेटा रखी सी, साधु ने आख्या भी तुसीं अपने वालों ये भेटा सानू अर्पण कीती है, सानू भेटा दे रूप दे विच ये वस्तुआं दित्तियां ने, तुहाडे मन दे विच जिहड़ी शरधा भावना सी तुसीं ये अपने वालों ये वस्तुआं सानू भेट कीतियां ने ते ये समझ लो भी असीं इन्हां नूं अपने जीवन दे विच धारण कर लिया, असीं इस नूं प्रवान कर लिया। हुण किरपा करके तुसीं इस वस्तु नूं वापस लै लवो। एक बार दे कर ताहे को सुलेह हम देत कर लेत जोन धर्म लजाइए। ते हुण साधु ने नाल नाल ये भी वचन आखे ने भी आखदे ने भी सानू इन्हां चीज़ां दी लोड़ नहीं, तुसीं इन्हां नूं कहंदे अपने घर लै जावो। तां धन गुरु नानक साहिब जी महाराज फिर आखदे ने कहंदे जिहड़ी चीज़ असीं एक बार अपनी हत्थीं किसी नूं दे दित्ती, जिहड़ी चीज़ असीं किसी नूं भेंटा ही कर दित्ती, वो कहंदे असीं फिर वापस नहीं लै सकदे। ते फिर ये जेकर असीं ये चीज़ वापस लवांगे तां कहंदे साडे धर्म नूं लाज लगेगी। होए के प्रसन्न संत कहत प्रशन बेख लेत कर तात सुध ऐसे जान पाइए। ते जदों फिर ये सारा वरतांत धन गुरु नानक साहिब जी महाराज जी दी विचार भी सुनी ते फिर वो सारा कुछ देख के साधु संत जिहड़े सन उस दे मन दे विच बहुत प्रसन्नता हुंदी है, मन दे विच बहुत आनंद महसूस करदे ने। ते इसे तरह कहंदे गुप्त रूप दे विच आखदे ने, संत ने आख्या कहंदे गुप्त रूप दे विच कहंदे करतार ने खबर लै लैंदे ने। ते इस तरह सानू समझ पई है भी क्योंकि कहंदे असीं गुप्त रूप दे विच तुहाडी भावना नूं समझिया भी तुसीं शरधा दे नाल सानू ये भेंट कर रहे हो ते तुहाडी शरधा भावना नूं असीं समझदिआं अपनी सुरती बिरती दे नाल तुहाडी इस रमज नूं समझदिआं असीं इस चीज़ नूं प्रवान कीता ते असीं इस गल नूं सहज सुभाई समझ लैंदे हां। संत तब चलियो गयो नानक सदन आयो सुंदर बदन निज सिख सुख दाइए। ते इसे तरह जदों सारी विचार चर्चा हुई ते कहंदे जिहड़ा वो संत जन सन वो साध सी ते फिर वो भी चले गए ते धन गुरु नानक साहिब जी महाराज जी भी अपने घर विच वापस आ जाते ने। ते इसे तरह कहंदे सुंदर मुखड़े वाले धन गुरु नानक साहिब जी महाराज अपने घर दे विच निवास करते हन। कालू कर देख कहो कोप है मैं बसेख मुख भाखे दुर्बाच अब साच को मोह क्यों। ते जदों हुण घर आके मेहता कालू जी जदों देखदे ने इन्हां दे हत्थ दे विच जाण लग्या एक लोटा सी, हत्थ दे विच एक छाप भी सी, मुंदरी भी सी ते हुण हत्थ खाली ने, हत्थ सुने ने। ये सारा कुछ देख के मेहता कालू जी नूं बहुत गुस्सा आउंदा है ते अपने मुख तो बड़े खोटे वचन भी आखदे ने ते आखदे ने ते कहंदे फिर अगे विचार चर्चा धन गुरु नानक साहिब जी महाराज जी दे नाल दुआरा तो फिर सवाल जवाब शुरू हुंदे ने।
ਲੋਟਾ ਤੈ ਗਵਾਏ ਸ਼ਾਪ ਤਿਨੀ ਕੋਣ ਜਾਏ, ਸੁਤ ਸਦਾ ਦੁਖ ਦਾਏ ਮਤ ਆਵਤ ਨਾ ਤੋਹੇ ਕੋ। ਤੇ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਝਿੜਕਦੇ ਹੋਏ ਆਖਦੇ ਨੇ, ਕਹਿੰਦੇ ਤੇਰੀ ਤਾਂ ਮੱਤ ਖੋਟੀ ਹੈ, ਤੈਨੂੰ ਸਮਝ ਹੀ ਨਹੀਂ। ਮੈਨੂੰ ਦੱਸੋ ਵੀ ਉਹ ਲੋਟਾ ਗਵਾਇਆ ਹੈ ਜਾਂ ਕਿ ਤੁਹਾਡੀ ਛਾਪ ਕਿੱਥੇ ਹੈ? ਇਹ ਚੀਜ਼ਾਂ ਤੁਸੀਂ ਗਵਾ ਆਏ ਹੋ ਜਾਂ ਕਿਸੇ ਨੂੰ ਦੇ ਦਿੱਤੀਆਂ ਨੇ? ਇਹ ਕਿੱਥੇ ਨੇ? ਤੁਸੀਂ ਸਦਾ ਹੀ ਕਹਿੰਦੇ ਮੈਨੂੰ ਦੁਖੀ ਕਰਦੇ ਹੋ, ਕਹਿੰਦੇ ਤੁਹਾਡੇ ਕੋਲ ਸਮਝ ਨਹੀਂ ਹੈ। ਕਹਾ ਲੋ ਪੁਕਾਰੋ ਨਹਿ ਲੀਨ ਤੈ ਸੁਮਾਰੋ ਕੌਣ ਕੀਨ, ਜੋ ਉਜਾਰੋ ਮੁਰ ਕਹਿਓ ਜੇ ਨਾ ਪੋਏ ਕੋ। ਤੇ ਇਸੇ ਤਰ੍ਹਾਂ ਆਖਦੇ ਨੇ, ਕਹਾ ਲੋ ਪੁਕਾਰੋ, ਕਹਿੰਦੇ ਕਿੱਥੋਂ ਤੱਕ ਤੁਹਾਨੂੰ ਬਾਰ-ਬਾਰ ਮੈਂ ਆਖਾਂ, ਬਾਰ-ਬਾਰ ਤੁਹਾਨੂੰ ਸਮਝਾਣਾ। ਨਹਿ ਲੀਨ ਤੈ ਸੰਭਾਲੋ, ਤੁਸੀਂ ਕਿਸੇ ਵੀ ਚੀਜ਼ ਨੂੰ ਸੰਭਾਲਦੇ ਨਹੀਂ। ਵਾਰ-ਵਾਰ ਤੁਹਾਨੂੰ ਸਮਝਾਇਆ ਜਾਂਦਾ ਵੀ ਤੁਸੀਂ ਹਰੇਕ ਚੀਜ਼ ਨੂੰ ਸੰਕੋਚ ਕੇ ਧਿਆਨ ਦੇ ਨਾਲ ਉਸ ਦੀ ਵਰਤੋਂ ਕਰਨੀ। ਪਰ ਕਹਿੰਦੇ ਵਾਰ-ਵਾਰ ਹੁਣ ਕਿੰਨੀ ਵਾਰ ਤੁਹਾਨੂੰ ਸਮਝਾਇਆ ਜਾਵੇ। ਪੌਣ ਕੀਨ ਜੋ ਉਜਾਰੋ, ਤੇ ਕਹਿੰਦੇ ਤੁਸੀਂ ਤਾਂ ਕਹਿੰਦੇ ਸਾਡਾ ਸਾਰਾ ਘਰ ਹੀ ਉਜਾੜ ਦਿੱਤਾ ਹੈ। ਮੁਰ ਕਹਿਓ ਜੇ ਨਾ ਪੋਹੇ ਕੋ, ਤੇ ਮੇਰਾ ਕੁਝ ਵੀ ਆਖਿਆ ਤੁਹਾਨੂੰ ਪਾਉਂਦਾ ਨਹੀਂ। ਜੋ ਕੁਝ ਵੀ ਆਖਦਾ ਤੁਹਾਡੇ ਜੀਵਨ ਦੇ ਉੱਤੇ ਉਸ ਗੱਲ ਦਾ ਅਸਰ ਨਹੀਂ ਹੁੰਦਾ। ਇੱਛਾ ਜਹ ਜੈ ਹਮ ਧਾਮ ਹੂੰ ਨਾ ਆਇਓ, ਨਿਜ ਖਾਇਓ ਜੋ ਕਮਾਇਓ ਕਹਿਓ ਰਿਦੇ ਪਰ ਸੋਏ ਕੋ। ਤੇ ਫਿਰ ਆਖਦੇ ਨੇ, ਮਹਿਤਾ ਕਾਲੂ ਜੀ ਗੁੱਸੇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬਚਨ ਕਰਦੇ ਨੇ। ਕਹਿੰਦੇ ਜਿੱਥੇ ਤੁਹਾਡੇ ਜਾਣ ਦੀ ਇੱਛਾ ਹੈ, ਇੱਛਾ ਜਹ ਜਾਇਓ, ਤੇ ਕਹਿੰਦੇ ਜਿੱਥੇ ਤੇਰੀ ਇੱਛਾ ਕਰਦੀ ਹੈ ਉੱਥੇ ਚਲੇ ਜਾਓ। ਹਮ ਧਾਮ ਹੂੰ ਨਾ ਆਇਓ, ਕਹਿੰਦੇ ਮੁੜ ਕੇ ਸਾਡੇ ਘਰ ਦੇ ਵਿੱਚ ਆਉਣ ਦੀ ਕੋਈ ਲੋੜ ਨਹੀਂ। ਨਿਜ ਖਾਇਓ ਜੋ ਕਮਾਇਓ, ਵੀ ਜੋ ਕੁਝ ਵੀ ਤੁਸੀਂ ਨਿਜ ਕਮਾਓਗੇ ਉਸੇ ਤਰ੍ਹਾਂ ਹੀ ਖਾ ਲੈਣਾ। ਕਹਿਓ ਰਿਦੇ ਭਰ ਸੋਏ ਕੋ। ਤੇ ਬੜੇ ਗੁੱਸੇ ਦੇ ਨਾਲ ਬਾਬਾ ਕਾਲੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਵਚਨ ਆਖੇ। ਸ਼ਾਇਦ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਇਸ ਰਮਜ ਤੋਂ ਹਜੇ ਤੱਕ ਵਾਕਫ ਨਹੀਂ ਹੋਏ ਵੀ ਜਿਸ ਪੁੱਤਰ ਨੂੰ ਅੱਜ ਘਰੋਂ ਜਾਣ ਦੇ ਲਈ ਕਹਿੰਦੇ ਨੇ, ਤੇ ਉਸ ਪੁੱਤਰ ਨੂੰ ਆਪਣੇ ਘਰਾਂ ਦੇ ਵਿੱਚ ਬੁਲਾਉਣ ਦੇ ਲਈ ਕਿਸੇ ਸਮੇਂ ਉਹਨਾਂ ਦੇ ਸੇਵਕ ਵੀ ਤਰਸਣਗੇ। ਸ਼ਾਇਦ ਇਸ ਰਮਜ ਤੋਂ ਵਾਕਫ ਨਹੀਂ ਵੀ ਜਿੱਥੇ ਮਹਿਤਾ ਕਾਲੂ ਜੀ ਮਨ ਦੇ ਵਿੱਚ ਇਹ ਬਿਰਤੀ ਧਾਰਨ ਕਰਕੇ ਬੈਠੇ ਹੋਏ ਨੇ ਵੀ ਮੇਰਾ ਪੁੱਤਰ ਕਮਾਈ ਨਹੀਂ ਕਰਦਾ। ਅੱਜ ਅਨੇਕਾਂ ਸੰਗਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਨਾਮ ਜਪ ਕੇ ਆਪਣੇ ਜੀਵਨ ਦੇ ਵਿੱਚ ਅਨੇਕਾਂ ਧਨ ਦੌਲਤਾਂ ਦੇ ਭੰਡਾਰ ਇਕੱਠੇ ਕਰਦੀਆਂ ਨੇ। ਇਸ ਗੱਲ ਤੋਂ ਸ਼ਾਇਦ ਮਹਿਤਾ ਕਾਲੂ ਜੀ ਵਾਂਝੇ ਨੇ, ਤੇ ਇਸੇ ਕਰਕੇ ਹੁਣ ਗੁੱਸੇ ਦੇ ਵਿੱਚ ਆਏ ਬਾਬਾ ਕਾਲੂ ਜੀ ਨੇ ਇਹ ਬਚਨ ਆਖੇ ਨੇ। ਛੋਟੀ ਜੋ ਕਮਾਈ ਤੇਰੀ ਦੀਨ ਤੈ ਗਵਾਵ, ਮੇਰੀ ਬਣ ਜਬਹਾਰ ਕੀ ਨਾ ਮਿੱਤ ਤੇਰੇ ਪਾਸ ਹੈ। ਤੇ ਮਹਿਤਾ ਕਾਲੂ ਜੀ ਆਖਦੇ ਨੇ, ਕਹਿੰਦੇ ਛੋਟੀ ਜੋ ਕਮਾਈ ਤੇਰੀ, ਤੇ ਕਹਿੰਦੇ ਤੁਹਾਡੀ ਕਮਾਈ ਤਾਂ ਅਸੀਂ ਛੱਡੀ, ਦੀਨੀ ਤੈ ਗਵਾਵ ਮੇਰੀ, ਤੇ ਜਿਹੜੀ ਮੈਂ ਕਮਾਈ ਕੀਤੀ ਸੀ ਅੱਜ ਤੱਕ, ਜੋ ਕੁਝ ਮੈਂ ਇਕੱਠਾ ਕਰਨ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਦਿੱਤਾ, ਕਹਿੰਦੇ ਤੁਸੀਂ ਤਾਂ ਉਹ ਵੀ ਸਾਰੀ ਦੀ ਸਾਰੀ ਕਮਾਈ ਗਵਾ ਦਿੱਤੀ ਹੈ। ਬਣਜ ਵਿਵਹਾਰ ਕੀ ਨਾ ਮਤ ਤੇਰੇ ਪਾਸ ਹੈ, ਤੇ ਕਹਿੰਦੇ ਬਣਜ ਵਪਾਰ ਕਰਨ ਦੀ ਤੁਹਾਡੇ ਅੰਦਰ ਬੁੱਧੀ ਨਹੀਂ ਹੈ। ਤੂਸ਼ਨਤੀ ਕਰਤ ਹੂੰ ਬੁਲਤ ਖਪਤ ਨਿਤ, ਮਾਣਤ ਨਾ ਬਾਤ ਕਿਦ ਦੁਖ ਹੀ ਕੀ ਰਸ ਹੈ। ਤੂਸ਼ਨੀ ਦਾ ਭਾਵ ਹੁੰਦਾ, ਤੂਸ਼ਨ ਦਾ ਭਾਵ ਹੁੰਦਾ ਚੁੱਪ। ਕਹਿੰਦੇ ਤੂਸ਼ਨੀ ਕਰਤ, ਤੁਸੀਂ ਕਹਿੰਦੇ ਜਦੋਂ ਵੀ ਮੈਂ ਤੁਹਾਨੂੰ ਕੁਝ ਆਖਦਾ ਤੁਸੀਂ ਉਸ ਗੱਲ ਦਾ ਜਵਾਬ ਨਹੀਂ ਦਿੱਤਾ, ਹਮੇਸ਼ਾ ਤੁਸੀਂ ਚੁੱਪ ਧਾਰਨ ਕਰਕੇ ਬੈਠ ਜਾਂਦੇ ਹੋ। ਹੋਹੂ ਬੋਲਤ ਖਪਤ ਨਿਤ, ਕਹਿੰਦੇ ਮੈਂ ਹੀ ਨਿਤ ਬੋਲ ਕੇ ਨਿਤ ਆਖ ਕੇ ਖਪਦਾ ਰਹਿੰਦਾ, ਪਰ ਤੁਹਾਡੇ ਉੱਤੇ ਕਿਸੇ ਵੀ ਤਰ੍ਹਾਂ ਦਾ ਅਸਰ ਨਹੀਂ ਪੈਂਦਾ। ਮਾਨਤ ਨਾ ਬਾਤ ਕਿਦੋਂ, ਕਹਿੰਦੇ ਮੇਰੀ ਗੱਲ ਕਦੇ ਵੀ ਨਹੀਂ ਮੰਨਦੇ। ਦੁੱਖ ਹੀ ਕੀ ਰਾਸ ਹੈ, ਜਿਵੇਂ ਤੂੰ ਕਿਤੇ ਦੁੱਖਾਂ ਦੀ ਖਾਣ ਹੋਵੇ, ਮੈਨੂੰ ਤਾਂ ਇੰਜ ਪ੍ਰਤੀਤ ਹੁੰਦਾ ਕਿ ਮੇਰੇ ਘਰ ਵਿੱਚ ਇਹ ਦੁੱਖਾਂ ਦੀ ਖਾਣ ਹੈ। ਸਦਾ ਤੁਸੀਂ ਮੈਨੂੰ ਦੁੱਖ ਹੀ ਦਿੱਤਾ ਹੈ। ਰਾਏ ਸੰਗ ਧਾਏ ਜਾਏ ਕਹਿਓ ਕਾਹੂ ਭੇਦ, ਸਭ ਕਾਲ ਕੋ ਬੁਲਾਏ ਰਾਏ ਲੀਨ ਤਬ ਆਸ ਹੈ। ਤੇ ਫਿਰ ਆਖਦੇ ਨੇ, ਕਹਿੰਦੇ ਗੁਰੂ ਜੀ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਏ ਸੰਗ ਧਾਏ ਜਾਏ ਕਹਿਓ ਕਾਹੂ ਭੇਦ। ਤੇ ਇਸੇ ਤਰ੍ਹਾਂ ਸਾਰੀ ਵਿਚਾਰ ਚਰਚਾ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਏ ਬੁਲਾਰ ਜੀ ਦੇ ਪਾਸ ਜਾ ਕੇ ਉਹਨਾਂ ਨੂੰ ਸਾਰੀ ਗੱਲ ਦੱਸਦੇ ਨੇ। ਕਹਾ ਤੋਹੇ ਭਇਓ ਨਹਿ ਮਾਨੇ ਕਿਮ ਕਹਿਓ, ਬਹੁ ਪ੍ਰਾਕ ਸਮਝਿਓ ਤੇਰੇ ਗਇਓ ਵਿਸ਼ਵਾਸ ਹੈ। ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਰੀ ਵਿਚਾਰ ਦੱਸੀ ਹੈ ਨਾ, ਮਹਿਤਾ ਕਾਲੂ ਜੀ ਨੂੰ ਫਿਰ ਦੁਬਾਰਾ ਰਾਏ ਬੁਲਾਰ ਜੀ ਆਪਣਾ ਇੱਕ ਨੌਕਰ ਭੇਜ ਕੇ ਆਪਣੇ ਕੋਲ ਬੁਲਾਉਂਦੇ ਨੇ ਤੇ ਆਖਦੇ ਨੇ,
कहाँ तोहे भयो, कहते तेनू की हो गया, तुहानू की हो गया है। नह माने किम कहो, भी कहते जिहड़ी गल मैं कही सी तुसी उस गल नू समझिया नहीं। मैं तुहानू ये आख्या सी भी अपने पुत्तर नू कोड़े वजन ना आखियो, ਇਹਦੇ करके मेरी नगरी जिहड़ी है भली वसदी है, मेरे नगर दे विच सुख वरतदे ने। ਇਹ राज भाग तुहाडे पुत्तर दी देन है, तुहाडे पुत्तर दे करके ही सारे तरह दे मैं सुख भोगदा हां। ते तुहानू मैं बेनती कीती सी भी अपने पुत्तर नू कोड़े वचन नहीं आखणे। ते फिर आखदे ने कहंदे तुसीं मेरी कही हुई गल नू मन्निया नहीं, बहुत प्रार समझायो। ते कहंदे मैं तुहानू पहलां भी कई बार समझाया, राय गुलाब जी मैं तां कालू जी नू समझाउंदे ने, तेरो गयो विश्वास है। ते कहंदे हुण तां तेरा विश्वास ही नहीं रहा है। दोहरा पत्थर ते निठुर अदक, जल मम वच किम भेद। नानक कदली कोमलन, कौन जिवे देखेद। ते फिर इसे तरह हुण राय गुलाब जी आखदे ने, कहंदे तू तां पत्थर दे वांग सख्त है। मैं तां कालू जी दे सुभाਅ दी गल करदे, कहंदे तुहाडा सुभाਅ तां पत्थर दे वांग सख्त है। कहंदे मेरे वचन तां पानी वर्गे ने, ये पत्थर नूं किवें विन सकदे। ते इसे तरह हुण विचार चर्चा करदे ने, कहंदे नानक तां इस तरह है जिवें एक केले दा रुख हुंदा ना ते ओह कोमल हुंदा, ते इसे तरह कहंदे इस नूं तां पौण भी दुख नहीं दे सकदी है। सवैया नानक तात कही तब बात सुनो, कद शप होती सुध नाही। ते इसे तरह हुण जदों विचार चर्चा करदे ने, नानक तात दा भाव हुंदा पिता। धन गुरु नानक साहिब जी महाराज जी दे पिता जी मेहता कालू जी ने फिर एक गल कही, कहंदे सुनो। मेहता कालू जी राय गुलाब जी नूं आखदे ने भी कहंदे तुसीं मेरी गल सुनो। जानत नाहे न काहे करी कहे घेर, दई के दई किस पाही। कहंदे आखदे ने भी इस दे हत्थ दे विच एक सोने दी छाप सी, नाल ही हत्थ दे विच एक लोटा सी। कहंदे जदों ये घर वापस आए, ना ही हत्थ दे विच छाप देखण नूं मिली ते ना ही हत्थ दे विच लोटा। कहंदे इन्हां नूं पुੱਛ रिहा भी तुसीं दसो भी ये कित्थे है, तुसीं किसे नूं दे आए हो ये छाप, जां फिर तुसीं ये गवा आए हो। कहंदे इन्हां नूं इस गल दी सुध ही नहीं, पता ही नहीं। ते जेकर मैं कुछ पुछदा उस गल दा जवाब नहीं दिंदे। हो अनुमानत जानत हो मन, गोष्ठी नित फकीरन काही। ते कहंदे मैं तां यही अज तक देखिया, ਜਦੋਂ भी कोई वस्तु इन्हां दे कोल हुंदी है ते ये बाहर जा तां गवा आंदे ने, जा किसे नूं दान कर आंदे ने। कहंदे इन्हां ने तां फकीरां वाली बिरती धारण कीती होई है। दे तिन को न बतापत है, पुन तूषण धारत है मुख माही। ते कहंदे इसे तरह जदों मैं इन्हां नूं फिर पुछदा भी ये वस्तुआं कित्थे ने, कहंदे फिर कुछ दसदे भी नहीं, बोलदे भी नहीं ने। ते कहंदे मुख दे विच हमेशा ही इन्हां ने अपने चुप धारण कीती है। होके तेजे कमाए कै आनत, खोबत है ना विचारक राही। हुण मेहता कालू जी राय गुलाब जी नूं आखदे ने, कहंदे जेकर ये आप खुद कमाई करदे होण, जेकर ये आप धन कमाਉਂਦੇ होण, जेकर धन कमाਉਂਦੇ कमाਉਂਦੇ भी इन्हां दे कोलों किसी चीज गवा भी जावे ना, कोई चीज का नुकसान भी हो जाएगा, तां कहंदे भी मैं इस गल दा मन दे विच रोस नहीं करांगा, क्योंकि चलो मैनूं इन्ना कुछ तरभास होवेगा भी ये आप कमाई करदे ने। कहंदे फिर मैं किसी भी गल नूं विचारांगा नहीं। जो इस वैस समान होते कर, कार संभार लई सब ताही। ते कहंदे पर जिहड़ी इस इन्हां दे बराबर दी उम्र दे बच्चे ने ना, जिहड़े इन्हां दे संगी साथी सन, जिन्हां दे जिहड़े इन्हां दे हम उम्र ने, कहंदे उन्हां ने तां अपने घर-बार नूं चंगी तरह संभाल लिया, अपने घर दीयां जरूरतां पूरीआं करन दे लई भी हरेक तरह दे कारज करदे ने। कहंदे उम्र इन्हां दे जिहड़े बराबर दे सन, ਉਹ ਘਰਦਿਆਂ ਦਾ ਹੱਥ ਵਟਾਉਂਦੇ ਨੇ। ਔਰ ਨਾ ਜਾਣਤ ਕਾਜ ਕਛੂ ਇਹ ਦੇਵਨ ਕੋ ਸਭ ਤੇ ਸਰਸਾਹੀ। ਤੇ ਕਹਿੰਦੇ ਹੋਰ ਤਾਂ ਕੋਈ ਨਾ ਕੋਈ ਕੰਮ ਜਾਣਦੇ ਆ, ਜਿਹੜੇ ਬਾਕੀ ਸਨ ਨਾ, ਕਹਿੰਦੇ ਉਹ ਸਾਰੇ ਕੋਈ ਨਾ ਕੋਈ ਕਿਸੇ ਤਰੀਕੇ ਦਾ ਕੰਮ ਜਾਣਦੇ ਨੇ, ਜਿਹੜੇ ਜਿਨ੍ਹਾਂ ਦੇ ਨਾਲ ਇਹ ਬਚਪਨ ਦੇ ਵਿੱਚ ਖੇਡਦੇ ਸਨ। ਤੇ ਪਰ ਕਹਿੰਦੇ ਇਹ ਤਾਂ ਹੋਰਨਾਂ ਨੂੰ ਦੇਣ ਵਿੱਚ ਸਭ ਤੋਂ ਅੱਗੇ ਨੇ।
ਇਹਨਾਂ ਦੀ ਮੱਤ ਤਾਂ ਇਹ ਹੈ ਵੀ ਕਮਾਣਾ ਕੁਝ ਨਹੀਂ, ਕਹਿੰਦੇ ਪਰ ਦਾਨ ਕਰਨ ਦੇ ਵਿੱਚ ਸਭ ਤੋਂ ਅੱਗੇ ਨੇ। ਖਟ ਨਾ ਚਾਹਤ ਮੈਂ ਇਹ ਕੀ ਅਬ ਆਪ ਕਮਾਏ ਕੈ ਆਪ ਹੀ ਖਾਹੀ। ਤੇ ਇਸੇ ਤਰ੍ਹਾਂ ਕਹਿੰਦੇ ਮੈਂ ਤਾਂ ਇਸ ਦੀ ਖੱਟੀ ਕਮਾਈ ਕਦੇ ਖਾਧੀ ਨਹੀਂ। ਮੈਂ ਤਾਂ ਕਾਲੂ ਜੀ ਆਖਦੇ ਨੇ, ਕਹਿੰਦੇ ਮੈਂ ਤਾਂ ਅੱਜ ਤੱਕ ਇਹਨਾਂ ਦੇ ਵੱਲੋਂ ਕਮਾਇਆ ਹੋਇਆ ਕੁਝ ਵੀ ਨਹੀਂ ਖਾਧਾ, ਇਹਨਾਂ ਨੇ ਕੁਝ ਵੀ ਕਮਾ ਕੇ ਨਹੀਂ ਲੈ ਕੇ ਆਂਦਾ। ਤੇ ਕਹਿੰਦੇ ਪਰ ਇਸ ਨੂੰ ਚਾਹੀਦਾ ਹੈ ਕਿ ਕਮ ਸੇ ਕਮ ਆਪ ਕਮਾ ਕੇ ਆਪ ਤਾਂ ਖਾਵੇ। ਰਾਏ ਜੀ ਮੋਹੇ ਗੁਨਾਹੇ ਵਿਚਾਰੋ ਕੋ ਲੱਗ ਹੋਏ ਨੇ ਬਾਹਕ ਜਾਹੀ। ਤੇ ਹੁਣ ਮਹਿਤਾ ਕਾਲੂ ਜੀ ਜਿਨ੍ਹਾਂ ਨੂੰ ਰਾਏ ਬੁਲਾਰ ਜੀ ਨੇ ਆਪ ਆਪਣੇ ਪਾਸ ਬੁਲਾਇਆ ਸੀ, ਹੁਣ ਉਹਨਾਂ ਨੂੰ ਆਖਦੇ ਨੇ ਕਿ ਹੇ ਰਾਜਨ, ਹੇ ਰਾਜਾ ਜੀ, ਕਹਿੰਦੇ ਤੁਸੀਂ ਆਪ ਨਿਆਂ ਕਰੋ। ਰਾਏ ਜੀ ਮੋਹੇ ਗੁਨਾਹ ਵਿਚਾਰੋ, ਕਹਿੰਦੇ ਮੇਰਾ ਗੁਨਾਹ ਵਿਚਾਰ ਕਰੋ ਵੀ ਮੇਰਾ ਗੁਨਾਹ ਕੀ ਹੈ। ਮੈਂ ਤਾਂ ਇੰਨਾ ਹੀ ਕਹਿਣਾ ਵੀ ਤੁਸੀਂ ਕਮ ਸੇ ਕਮ ਆਪਣੇ ਜੋਗਾ ਤਾਂ ਕਮਾਓ, ਆਪਣੀ ਪਰਵਰਿਸ਼ ਦੇ ਲਈ ਜੋ ਤੁਹਾਡੀਆਂ ਜ਼ਰੂਰੀ ਵਸਤੂਆਂ ਨੇ, ਕਮ ਸੇ ਕਮ ਉਹਨਾਂ ਜ਼ਰੂਰੀ ਵਸਤੂਆਂ ਦੀ ਪੂਰਤੀ ਲਈ ਤਾਂ ਕੁਝ ਤਾਂ ਧਨ ਇਕੱਠਾ ਕਰੋ। ਤੇ ਕਹਿੰਦੇ ਜਿਸ ਤਰ੍ਹਾਂ ਮੇਰਾ ਇਸ ਨਾਲ ਨਿਰਵਾਹ ਹੋ ਸਕੇ, ਇਹੋ ਜਿਹੀ ਵਿਚਾਰ, ਇਹੋ ਜਿਹਾ ਧਨ ਕਮਾਓ ਜਿਹਦੇ ਨਾਲ ਕਮ ਸੇ ਕਮ ਇਹਨਾਂ ਦਾ ਗੁਜ਼ਾਰਾ ਤਾਂ ਚੱਲ ਸਕੇ। ਹੋ ਮਹਿਰੋ ਤਬ ਕਿਉਂ ਨਿਭ ਹੈ ਅਬ ਬੈਸ ਜੁਬਾਨ ਹੈ ਕਾਰ ਕਮਾਈ। ਤੇ ਹੁਣ ਰਾਏ ਬੁਲਾਰ ਜੀ ਨੂੰ ਮਹਿਤਾ ਕਾਲੂ ਜੀ ਆਖਦੇ ਨੇ, ਕਹਿੰਦੇ ਸਾਡੇ ਦੋਨਾਂ ਦੇ ਵਿੱਚ ਵਿਚਾਰਕ ਮਤਭੇਦ ਚੱਲਦੇ ਨੇ। ਮੈਂ ਆਖਦਾ ਵੀ ਧਨ ਕਮਾ ਕੇ ਲੈ ਕੇ ਆਓ, ਜੇਕਰ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਧਨ ਕਮਾਉਣ ਦੇ ਲਈ ਪ੍ਰੇਰਦਾ ਵੀ ਆ ਤਾਂ ਕਹਿੰਦੇ ਇਹ ਉਸ ਕੰਮ ਦੇ ਵਿੱਚ ਕਾਮਯਾਬ ਨਹੀਂ ਹੁੰਦਾ। ਕਹਿੰਦੇ ਸਾਡੇ ਵਿੱਚ ਵਿਚਾਰਕ ਮਤਭੇਦ ਨੇ ਤੇ ਇਸ ਕਰਕੇ ਕਹਿੰਦੇ ਮਹਿਤਾ ਕਾਲੂ ਜੀ ਰਾਏ ਬੁਲਾਰ ਜੀ ਨੂੰ ਆਖਦੇ ਨੇ, ਕਹਿੰਦੇ ਮੈਂ ਇਹ ਸੋਚਦਾ ਵੀ ਸਾਡੀ ਇਹਨਾਂ ਦੇ ਨਾਲ ਦੇਵੇਗੀ ਕਿਵੇਂ। ਕਹਿੰਦੇ ਜੇ ਇਹ ਜਵਾਨ ਉਮਰ ਦੇ ਵਿੱਚ ਕੁਝ ਕਰਕੇ ਕਮਾਈ ਨਹੀਂ ਕਰਨਗੇ ਨਾ, ਕੁਝ ਜਵਾਨੀ ਦੇ ਵਿੱਚ ਹੀ ਕਮਾ ਕੇ ਨਹੀਂ ਲੈ ਕੇ ਆਉਣਗੇ, ਤਾਂ ਕਹਿੰਦੇ ਇਹਨਾਂ ਦਾ ਆਉਣ ਵਾਲਾ ਸਮਾਂ ਬਹੁਤ ਔਖਾ ਬਤੀਤ ਹੋਵੇਗਾ। ਰਾਏ ਬੁਲਾਰ ਵਿਚਾਰ ਕਹੀ ਨਿਤ ਰਾਜ ਹੋਵੇ ਤੁਮਰੇ ਕਰ ਮਾਹੀ। ਰਾਏ ਬੁਲਾਰ ਜੀ ਨੇ ਹੁਣ ਇਹ ਰੋਜ਼ਾਨਾ ਦਾ ਜੋ ਵੀ ਇਹਨਾਂ ਦੇ ਪਿਓ ਪੁੱਤ ਦੇ ਵਿੱਚ ਆਪਸ ਦੇ ਵਿੱਚ ਚੱਲਦਾ ਹੈ, ਰਾਏ ਬੁਲਾਰ ਜੀ ਨੂੰ ਹਰ ਇੱਕ ਖਬਰ ਪਹੁੰਚਦੀ ਹੈ, ਕਿਸੇ ਨਾ ਕਿਸੇ ਆਦਮੀ ਦੇ ਦੁਆਰਾ, ਕਿਸੇ ਪ੍ਰਜਾ ਦੇ ਬੰਦੇ ਦੇ ਦੁਆਰਾ ਇਹਨਾਂ ਦੇ ਕੋਲ ਕੋਈ ਵੀ ਖਬਰ ਪਹੁੰਚ ਜਾਂਦੀ ਹੈ। ਤੇ ਰਾਏ ਬੁਲਾਰ ਜੀ ਆਖਦੇ ਨੇ, ਕਹਿੰਦੇ ਤੁਹਾਡੇ ਘਰ ਦੇ ਵਿੱਚ ਕਹਿੰਦੇ ਰੋਜ਼ਾਨਾ ਦਾ ਹੀ ਇਹ ਝਗੜਾ ਜਿਹੜਾ ਹੈ ਚੱਲਦਾ ਰਹਿੰਦਾ ਹੈ। ਨਾਨਕ ਕੋ ਅਬ ਧਾਮ ਜੈ ਰਾਮ ਕਹਿਓ ਮਮ ਮਾਨ ਪਠਾਓ ਤਹਾਹੀ। ਤੇ ਹੁਣ ਰਾਏ ਬੁਲਾਰ ਜੀ ਦੇ ਕੋਲੋਂ ਜਿਹੜੇ ਮਹਿਤਾ ਕਾਲੂ ਜੀ ਨਿਆਂ ਮੰਗਦੇ ਸਨ ਵੀ ਮੇਰਾ ਨਿਆਂ ਕਰੋ, ਮੇਰਾ ਇਹ ਦੱਸੋ ਵੀ ਗੁਨਾਹ ਕੀ ਹੈ। ਤੇ ਰਾਏ ਬੁਲਾਰ ਜੀ ਨੇ ਇਹ ਵਿਚਾਰ ਕੀਤੀ ਹੈ, ਕਹਿੰਦੇ ਤੁਹਾਡੇ ਘਰ ਦੇ ਵਿੱਚ ਇਹ ਰੋਜ਼ਾਨਾ ਦਾ ਸੁਭਾਅ ਬਣ ਗਿਆ, ਤੁਹਾਡੇ ਵਿੱਚ ਰੋਜ਼ਾਨਾ ਹੀ ਕਿਸੇ ਨਾ ਕਿਸੇ ਗੱਲ ਕਰਕੇ ਤੁਸੀਂ ਆਪਣੇ ਪੁੱਤਰ ਨੂੰ ਝਿੜਕਦੇ ਰਹਿੰਦੇ ਹੋ। ਕਹਿੰਦੇ ਮੈਂ ਇਹ ਮਨ ਬਣਾਇਆ ਹੈ ਵੀ ਤੁਸੀਂ ਆਪਣੇ ਪੁੱਤਰ ਨੂੰ ਜੈ ਰਾਮ ਜੀ ਦੇ ਕੋਲ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਭੇਜ ਦੇਵੋ, ਜਿਹਦੇ ਨਾਲ ਤੁਹਾਡੇ ਘਰ ਦੇ ਝਗੜੇ ਵੀ ਖਤਮ ਹੋ ਜਾਣਗੇ ਤੇ ਉੱਥੇ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਮਨ ਵੀ ਲੱਗ ਜਾਵੇਗਾ, ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਆਪਣੇ ਲਈ ਕਮਾਈ ਦਾ ਸਾਧਨ ਵੀ ਪੈਦਾ ਕਰ ਲੈਣਗੇ। ਰਿਸ ਸੋ ਦੁਰਭਾਗ ਕਹੈ ਨਿਤ ਹੀ ਦੁਖ ਨਾਨਕ ਰੰਜ ਸਦਾ ਕਰ ਮਾਹੀ। ਤੇ ਗੁੱਸੇ ਵਿੱਚ ਆ ਕੇ ਬਹੁਤ ਭੈੜੇ ਸ਼ਬਦ ਹੁਣ ਕਹੇ ਨੇ ਤੇ ਕਹਿੰਦੇ ਨਿਤ ਨਾਨਕ ਘਰ ਦੇ ਵਿੱਚ ਲੜਦੇ ਰਹਿੰਦੇ ਹਾਓ। ਨਹਿ ਮੈਲ ਬਣੇ ਤੁਮਰ ਉਨ ਕੋ ਜਿਮ ਪੂਰਬ ਪਛਮ ਤੋਂ ਬਹਿਤਰ ਜਾਹੀ। ਤੇ ਰਾਏ ਬੁਲਾਰ ਜੀ ਆਖਦੇ ਨੇ ਕਿ ਤੁਹਾਡੀ ਆਪਸ ਦੇ ਵਿੱਚ ਵਿਚਾਰ ਇਹ ਹੈ ਵੀ ਇੱਕ ਤਾਂ ਇਹ ਆਖਦਾ ਵੀ ਦੁਨਿਆਵੀ ਧਨ ਨੂੰ ਇਕੱਠਾ ਕਰਨ ਦੇ ਵਿੱਚ ਲੱਗਣਾ ਚਾਹੀਦਾ ਹੈ, ਤੇ ਦੂਜੇ ਪਾਸੇ ਤੁਹਾਡੇ ਪੁੱਤਰ ਦੀ ਵਿਚਾਰ ਇਹ ਹੈ ਵੀ ਸਰੀਰ ਦੀਆਂ ਲੋੜਾਂ ਲਈ ਜਿੱਥੇ ਤੁਸੀਂ ਧਨ ਇਕੱਠਾ ਕਰਦੇ ਹੋ, ਜਿੱਥੇ ਸਰੀਰ ਦੀਆਂ ਲੋੜਾਂ ਦੇ ਲਈ ਖੁਰਾਕ ਦਾ ਪ੍ਰਬੰਧ ਕਰਦੇ ਹੋ, ਉੱਥੇ ਆਪਣੇ ਮਨ ਦੇ ਲਈ ਵੀ ਨਾਮ ਰੂਪੀ ਧਨ ਨੂੰ ਇਕੱਠਾ ਕਰਨਾ ਹੈ, ਮਨ ਦੀ ਭੁੱਖ ਮਿਟਾਉਣ ਦੇ ਲਈ ਵੀ ਨਾਮ ਇਕੱਠਾ ਕਰਨਾ ਹੈ। ਕਹਿੰਦੇ ਇੱਕ ਤਾਂ ਪੂਰਬ ਦਿਸ਼ਾ ਦਾ ਸੰਕੇਤ ਹੈ ਤੇ ਦੂਜਾ ਪੱਛਮ ਦਾ, ਭਾਵ ਪੂਰਬ ਅਤੇ ਪੱਛਮ ਦਾ ਆਪਸ ਦੇ ਵਿੱਚ ਕਦੇ ਵੀ ਮੇਲ ਨਹੀਂ ਹੋ ਸਕਦਾ। ਤੇ ਇਸ ਕਰਕੇ ਹੁਣ ਰਾਏ ਬੁਲਾਰ ਜੀ ਇਹ ਵਿਚਾਰ ਕਰਦੇ ਹਨ। ਮਨ ਲੋਲਪਤਾ ਤਬ ਤਾਹੇ ਉਧਾਰਤ ਸੰਤ ਸੁਭਾਏ ਸਦਾ ਕਰੁਣਾਹੀ। ਤੇ ਇਸੇ ਤਰ੍ਹਾਂ ਕਹਿੰਦੇ ਰਾਏ ਬੁਲਾਰ ਜੀ ਆਖਦੇ ਨੇ ਕਿ ਮਹਿਤਾ ਕਾਲੂ ਜੀ ਨੂੰ ਵੀ ਤੁਹਾਡਾ ਸੁਭਾਅ ਤਾਂ ਲਾਲਚ ਬਿਰਤੀ ਵਾਲਾ ਹੈ,
ਪਰ ਤੁਹਾਡੇ ਪੁੱਤ ਦਾ ਸੁਭਾਅ ਜਿਹੜਾ ਹੈ ਉਹ ਸੰਤ ਬਿਰਤੀ ਵਾਲਾ ਹੈ, ਫਕੀਰ ਬਿਰਤੀ ਵਾਲਾ ਹੈ। ਤੇ ਕਹਿੰਦੇ ਇਸੇ ਕਰਕੇ ਹੁਣ ਤੁਹਾਡੀ ਆਪਸ ਦੇ ਵਿੱਚ ਕਦੇ ਵੀ ਬਣੇਗੀ ਨਹੀਂ। ਤੇ ਕਹਿੰਦੇ ਇਸੇ ਕਰਕੇ ਤੁਸੀਂ ਆਪਣੇ ਪੁੱਤਰ ਨੂੰ ਲਾਲਚ ਵਸ ਪੈ ਕੇ ਹਮੇਸ਼ਾ ਝਿੜਕਦੇ ਰਹਿੰਦੇ ਹੋ। ਉਨ ਸੇਵਕ ਭੇਜ ਬੁਲਾਏ ਕੈ ਨਾਨਕ ਪਾਸ ਵਸਾਏ ਕੈ ਸਾਦਰ ਪ੍ਰਾਹੀ। ਤੇ ਇਸੇ ਤਰ੍ਹਾਂ ਹੁਣ ਰਾਏ ਗੁਲਾਲ ਜੀ ਨੇ ਇੱਕ ਸੇਵਕ ਨੂੰ ਭੇਜਿਆ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮੇਰੇ ਕੋਲ ਬੁਲਾਓ। ਤੇ ਆਪਣੇ ਪਾਸ ਬੁਲਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬੜੇ ਆਦਰ ਸਤਿਕਾਰ ਦੇ ਨਾਲ ਹੁਣ ਰਾਏ ਗੁਲਾਬ ਜੀ ਨੇ ਬੁਲਾਇਆ ਹੈ। ਇੱਥੋਂ ਤੱਕ ਦਾ ਪ੍ਰਸੰਗ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਇਹ ਵਿਚਾਰ ਵੀ ਹੋ ਚੁੱਕੀ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੁਲਤਾਨਪੁਰ ਦੀ ਧਰਤੀ ਦੇ ਵੱਲ ਭੇਜ ਦਿੱਤਾ ਜਾਵੇ। ਤੇ ਰਾਏ ਗੁਲਾਬ ਜੀ ਤੇ ਜੈ ਰਾਮ ਜੀ ਦੀ ਜਦੋਂ ਮਿਲਣੀ ਹੁੰਦੀ ਆਪਸ ਦੇ ਵਿੱਚ ਮਿਲਦੇ ਨੇ ਤਾਂ ਪਹਿਲਾਂ ਹੀ ਇਹ ਵਿਚਾਰ ਹੋ ਜਾਂਦੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੁਲਤਾਨਪੁਰ ਲੈ ਜਾਵੋ ਤੇ ਉੱਥੇ ਇਹਨਾਂ ਦੀ ਸੇਵਾ ਕਰੋ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਕਿਸ ਤਰ੍ਹਾਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ ਜਾਂ ਰਾਏ ਗੁਲਾਬ ਜੀ ਕੀ ਉਪਦੇਸ਼ ਕਰਦੇ ਨੇ, ਇਹ ਰਹਿੰਦੀਆਂ ਵਿਚਾਰਾਂ ਇਹਦਾ ਪ੍ਰਸੰਗ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ਣਾ ਹੈ ਫਤਿਹ ਪ੍ਰਵਾਨ ਕਰਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।